सुखमणि सुख अमृत प्रभ नाम भगत जना कै मन विसराम। संत कृपाल कृपा जे करे, संत कृपाल कृपा जे करे। संत कृपाल कृपा जे करे, संत कृपाल कृपा जे करे। नानक संत संग निंदक भीतरे, नानक संत संग निंदक भीतरे। संत कृपाल कृपा जे करे, संत कृपाल कृपा जे करे। संत कै दुखन आरजा कटे, संत कै दुखन आरजा कटे। संत कै दुखन जम दिन छुटे। संत के दुखन जमते नहीं छूटे, संत के दुखन सुख सब जाय। संत के दुखन सुख सब जाय। संत के दुखन नरक में पाए, संत के दुखन नरक में पाए। संत के दुखन मत हुए मलीन, संत के दुखन मत हुए मलीन। संत के दुखन शोभाते हीन। संत के दुखन शोभाते हीन। संत कृपाल कृपा जे करे, संत कृपाल कृपा जे करे। संत के हते को रखे ना कोई, संत के हते को रखे ना कोई। संत के दुखन थान भ्रष्ट होए। संत के दुखन थान भ्रष्ट होए। संत कृपाल कृपा जे करे, संत कृपाल कृपा जे करे। संत कृपाल कृपा जे करे।
ਕਿਰਪਾ ਜੇ ਕਰੇ ਸੰਤ ਕਿਰਪਾਲ ਸੰਤ ਕਿਰਪਾਲ ਸੰਤ ਕਿਰਪਾਲ ਕਿਰਪਾ ਜੇ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸੁਖਮਨੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਧੀਨ ਦਾਸ ਨੂੰ ਸੁਭਾਗ ਮਿਲਿਆ ਹੈ। ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੇ ਅੱਗੇ ਇਹੀ ਅਰਦਾਸ ਹੈ ਕਿ ਸਤਿਗੁਰੂ ਜੀ ਆਪ ਵਿੱਚ ਵਰਤ ਕੇ ਆਪਣੀ ਵਿਚਾਰ ਆਪ ਕਰਵਾ ਲੈਣ। ਆਓ ਆਪਾਂ ਇਸ ਵਿਚਾਰ ਦੇ ਨਾਲ ਜੁੜੀਏ। 13ਵੀਂ ਅਸ਼ਟਪਦੀ ਦੇ ਨਾਲ ਜੋ ਸ਼ਲੋਕ ਸਤਿਗੁਰਾਂ ਨੇ ਦਰਜ ਕੀਤਾ ਹੈ, ਉਸ ਸ਼ਲੋਕ ਵਿੱਚ ਸਤਿਗੁਰਾਂ ਦੀ ਕਿਰਪਾ ਹੈ ਜੀ ਕਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਿ ਜੋ ਇਨਸਾਨ ਸੰਤਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹ ਇਨਸਾਨ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ, ਉਹ ਇਨਸਾਨ ਦਾ ਜੀਵਨ ਸਫਲਾ ਹੋ ਜਾਂਦਾ ਹੈ, ਉਹ ਇਨਸਾਨ ਆਪਣਾ ਜੀਵਨ ਸਵਾਰ ਕੇ ਜਾਂਦਾ ਹੈ। ਪਰ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਸੰਤਾਂ ਨੂੰ ਨਿੰਦਿਆ ਹੈ, ਸੰਤਾਂ ਦੀ ਨਿੰਦਿਆ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਇਨਸਾਨ ਦੁਨੀਆ ਦੇ ਵਿੱਚ ਬਾਰ-ਬਾਰ ਜੰਮਦੇ ਨੇ, ਬਾਰ-ਬਾਰ ਮਰਦੇ ਨੇ, ਉਹਨਾਂ ਦਾ ਜਨਮ ਔਰ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ। ਉਹਨਾਂ ਨੂੰ ਜੀਵਨ ਮੁਕਤੀ ਕੋਈ ਨਹੀਂ, ਉਹ ਬਾਰ-ਬਾਰ ਜਨਮ ਲੈਂਦੇ ਨੇ, ਬਾਰ-ਬਾਰ ਮਰਦੇ ਨੇ ਜੋ ਇਨਸਾਨ ਸੰਤਾਂ ਦੀ ਨਿੰਦਿਆ ਕਰਦੇ ਨੇ। ਇੱਥੇ ਇੱਕੋ ਗੱਲ ਆਪਾਂ ਸਮਝ ਲਈਏ ਕਿ ਸੰਤ ਸ਼ਬਦ ਗੁਰਬਾਣੀ ਵਿੱਚ ਗੁਰੂ ਵਾਸਤੇ ਵੀ ਆਇਆ ਹੈ। ਸੰਤ ਸ਼ਬਦ ਪਰਮਾਤਮਾ ਦੀ ਭਗਤੀ ਕਰਨ ਵਾਲੇ ਪਿਆਰੇ ਗੁਰਮੁਖ ਜਨਾਂ ਵਾਸਤੇ ਵੀ ਆਇਆ ਹੈ। ਤੇ ਇੱਥੇ ਜਿਹੜਾ ਇਹ ਸ਼ਬਦ ਸਤਿਗੁਰਾਂ ਨੇ ਵਰਤਿਆ ਇਹ ਉਹਨਾਂ ਵਾਸਤੇ ਹੈ ਜਿਹੜੇ ਦਿਨ ਰਾਤ ਉਹ ਮਾਲਕ ਦੇ ਨਾਮ ਵਿੱਚ ਜੁੜੇ ਰਹਿੰਦੇ ਨੇ, ਜਿਹੜੇ ਮਾਲਕ ਦੀ ਬੰਦਗੀ ਦੇ ਵਿੱਚ ਸਦਾ ਤਤਪਰ ਰਹਿੰਦੇ ਹੈ। ਇਹ ਸ਼ਬਦ ਉਹਨਾਂ ਵਾਸਤੇ ਹੈ। ਵੈਸੇ ਗੁਰਬਾਣੀ ਅੰਦਰ ਜਦੋਂ ਗੁਰੂ ਦੇ ਨੂੰ ਸੰਤ ਕਹਿੰਦੇ ਨੇ ਗੁਰੂ ਸਾਹਿਬ, ਤੇ ਸਤਿਗੁਰੂ ਜੀ ਕਹਿੰਦੇ ਭਾਗ ਹੋਵਾ ਗੁਰ ਸੰਤ ਮਿਲਾਇਆ ਪ੍ਰਭ ਅਬਨਾਸ਼ੀ ਘਰ ਮੈਂ ਪਾਇਆ। ਭਾਗ ਹੋਵਾ ਗੁਰ ਸੰਤ ਮਿਲਾਇਆ, ਗੁਰੂ ਰੂਪੀ ਸੰਤ ਮੈਨੂੰ ਮਿਲ ਗਿਆ। ਸਤਿਗੁਰੂ ਜੀ ਕਹਿੰਦੇ ਮੇਰੇ ਸੁੱਤੇ ਭਾਗ ਜਾਗ ਗਏ। ਉੱਥੇ ਗੁਰੂ ਨੂੰ ਸੰਤ ਆਖਿਆ, ਪਰ ਇੱਥੇ ਜਿਹੜੇ ਸੰਤ ਨੇ ਇਹ ਉਹ ਨੇ ਜਿਨ੍ਹਾਂ ਬਾਰੇ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਗੁਰਮੁਖ ਜਨ, ਉਹ ਪਿਆਰੇ ਜਿਨ੍ਹਾਂ ਨੂੰ ਸਾਸ ਗਰਾਸ ਭਾਵ ਕਿ ਕਦੇ ਵੀ ਉਹ ਮਾਲਕ ਦਾ ਨਾਮ ਨਹੀਂ ਭੁੱਲਦਾ। ਸਤਿਗੁਰੂ ਜੀ ਕਹਿੰਦੇ ਉਹੀ ਅਸਲ ਵਿੱਚ ਸੰਤ ਜਨ ਨੇ। ਔਰ ਇੰਨਾ ਹੀ ਸੰਤਾਂ ਦੀ ਗੱਲ ਇਸ ਸ਼ਲੋਕ ਵਿੱਚ ਹੈ, ਔਰ ਇੰਨਾ ਹੀ ਸੰਤਾਂ ਦੀ ਗੱਲ ਅਗਲੇ 8 ਪਦਿਆਂ ਦੇ ਅੰਦਰ ਹੈ ਜਿਹਨੂੰ ਆਪਾਂ ਅਸ਼ਟਪਦੀ ਕਹਿੰਦੇ ਆ। ਇਸ ਪੂਰੀ ਅਸ਼ਟਪਦੀ ਦੇ ਅੰਦਰ ਇਹਨਾਂ ਸੰਤਾਂ ਦੀ ਗੱਲ ਤੁਰਨੀ ਹੈ। ਇਹ ਗੱਲ ਤੇ ਮੈਂ ਇਸ ਕਰਕੇ ਬਹੁਤਾ ਜ਼ੋਰ ਦੇ ਰਿਹਾ ਕਿਉਂਕਿ ਕਈ ਵਾਰ ਇਨਸਾਨ ਇੱਕ ਖਾਸ ਕਿਸਮ ਦਾ ਪਹਿਰਾਵਾ ਦੇਖ ਕੇ, ਖਾਸ ਤਰੀਕੇ ਨਾਲ ਬੰਨੀ ਹੋਈ ਸਿਰ ਉੱਪਰ ਪੱਗ ਦੇਖ ਕੇ ਸੰਤ ਸਮਝ ਬੈਠਦਾ ਹੈ, ਪਰ ਬਾਹਰੀ ਪਹਿਰਾਵੇ ਦਾ ਤੇ ਸੰਤ ਦਾ ਅਸਲ ਵਿੱਚ ਕੋਈ ਸੰਬੰਧ ਨਹੀਂ ਹੈ। ਸੰਤ ਅੰਦਰ ਦੀ ਅਵਸਥਾ ਦਾ ਨਾਮ ਹੈ। ਜਿਨ੍ਹਾਂ ਦੀ ਅਵਸਥਾ ਇੱਥੋਂ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਸਾਸ ਗਰਾਸ ਉਹ ਮਾਲਕ ਦਾ ਨਾਮ ਨਹੀਂ ਭੁੱਲਦਾ, ਉਹੀ ਸੰਤ ਜਨ ਨੇ। ਤੇ ਉਹਨਾਂ ਸੰਤਾਂ ਦੀ ਹੀ ਗੱਲ ਸਤਿਗੁਰਾਂ ਨੇ ਇਸ ਅਸ਼ਟਪਦੀ 'ਚ ਕੀਤੀ ਹੈ। ਸ਼ਲੋਕ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਜਿਨ੍ਹਾਂ ਨੇ ਤੇ ਸੰਤਾਂ ਨੂੰ ਸਿਮਰਿਆ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਜਿਹੜੇ ਉਹਨਾਂ ਦੀ ਸ਼ਰਨ 'ਚ ਪੈ ਗਏ, ਉਹਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ, ਉਹਨਾਂ ਦੀ ਉਹ ਹਰ ਇੱਕ ਖਿੱਚ ਖਿੱਚੀ ਗਈ, ਖਿੱਚ ਟੁੱਟ ਗਈ, ਜਿਹੜੀ ਖਿੱਚ ਉਹਨਾਂ ਨੂੰ ਰੱਬ ਨਾਲੋਂ ਤੋੜ ਕੇ ਦੁਨਿਆਵੀ ਪਦਾਰਥਾਂ ਦੇ ਨਾਲ ਜੋੜਦੀ ਸੀ। ਤੇ ਦੂਜੇ ਪਾਸੇ ਜਿਨ੍ਹਾਂ ਨੇ ਸੰਤਾਂ ਦੀ ਨਿੰਦਿਆ ਕੀਤੀ, ਉਹ ਲੋਕ ਬਾਰ-ਬਾਰ ਜਨਮ ਔਰ ਮਰਨ ਦੇ ਗੇੜ ਵਿੱਚ ਪੈ ਗਏ। ਸਤਿਗੁਰਾਂ ਨੇ ਅਸ਼ਟਪਦੀ ਵਿੱਚ ਕਿਰਪਾ ਕੀਤੀ ਹੈ ਜੀ ਕਿ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ। ਸਤਿਗੁਰੂ ਜੀ ਕਹਿੰਦੇ ਕਿ ਸੰਤ ਦੀ ਨਿੰਦਾ ਕਰਨ ਦੇ ਨਾਲ ਮਨੁੱਖ
ਆਪਣੀ ਆਰਜਾ ਨੂੰ ਘਾਟੇ ਵਿੱਚ ਪਾ ਲੈਂਦਾ ਹੈ। ਇੱਥੇ ਆਰਜਾ ਘਟੇ ਦਾ ਅਰਥ ਇਹ ਨਹੀਂ ਹੈ ਕਿ ਉਹਦੀ ਉਮਰ ਛੋਟੀ ਹੋ ਜਾਂਦੀ ਹੈ। ਘਟੇ ਦਾ ਅਰਥ ਹੈ ਘਾਟਾ ਪੈ ਜਾਣਾ। ਹੁਣ ਗੁਰਬਾਣੀ ਅਨੁਸਾਰ ਜੇਕਰ ਦੇਖਾਂਗੇ ਤੇ ਇਨਸਾਨ ਨੂੰ ਜਨਮ ਮਿਲਿਆ ਹੈ ਪਰਮਾਤਮਾ ਦੀ ਬੰਦਗੀ, ਉਹਦਾ ਭਜਨ ਕਰਨ ਲਈ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਨ ਵਾਸਤੇ। ਪਰ ਜਿਨ੍ਹਾਂ ਨੇ ਜ਼ਿੰਦਗੀ ਦਾ ਮਨੋਰਥ ਰੱਬ ਦੇ ਪਿਆਰਿਆਂ ਨੂੰ ਨਿੰਦੜਾ ਬਣਾ ਲਿਆ, ਜਿਨ੍ਹਾਂ ਨੇ ਇਹੀ ਸੋਚ ਲਿਆ ਕਿ ਅਸੀਂ ਨਿੰਦਿਆ ਹੀ ਕਰਨੀ ਹੈ ਰੱਬੀ ਪਿਆਰਿਆਂ ਦੀ, ਉਹ ਇਨਸਾਨ ਦਾ ਜੀਵਨ ਸਤਿਗੁਰੂ ਜੀ ਕਹਿੰਦੇ ਘਟੈ, ਭਾਵ ਕਿ ਘਾਟੇ ਵੱਲ ਚਲਾ ਜਾਂਦਾ ਹੈ। ਉਹ ਇਹ ਮਨੁੱਖਾ ਜਨਮ ਦਾ ਲਾਭ ਨਹੀਂ ਲੈ ਸਕਦੇ। ਸਤਿਗੁਰੂ ਜੀ ਕਹਿੰਦੇ ਸੰਤ ਕੇ ਦੁਖਨ ਜਮ ਤੇ ਨਹੀਂ ਛੁੱਟੈ, ਤੇ ਇਹੋ ਜਿਹੇ ਮਨੁੱਖ ਉਹ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦੇ, ਕਿਉਂਕਿ ਆਪਣੇ ਕੀਤੇ ਕਰਮਾਂ ਕਰਕੇ, ਸੰਤਾਂ ਨੂੰ ਨਿੰਦਣ ਕਰਕੇ ਉਹਨਾਂ ਨੂੰ ਜਮਾਂ ਦੇ ਦੁੱਖ ਵੀ ਸਹਿਣੇ ਪੈਂਦੇ ਨੇ। ਅੱਗੇ ਸਤਿਗੁਰਾਂ ਦੀ ਰਹਿਮਤ ਹੋਈ ਹੈ ਕਿ ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਇਨਸਾਨ ਸੰਤਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਸਾਰੇ ਸੁੱਖ ਚਲੇ ਜਾਂਦੇ ਨੇ, ਜ਼ਿੰਦਗੀ 'ਚ ਸੁੱਖ ਨਹੀਂ ਰਹਿ ਜਾਂਦਾ। ਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਕਿ ਇਹੋ ਜਿਹੇ ਲੋਕ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨਰਕ ਮੈਂ ਪਾਹੇ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਜਿਉਂਦੇ ਜੀ ਵੀ ਨਰਕ ਸਹਿਣਾ ਪੈਂਦਾ ਹੈ। ਤੇ ਬਾਅਦ ਵਿੱਚ ਰੱਬ ਦੇ ਘਰ 'ਚ ਵੀ ਕੋਈ ਮਾਣ ਵਡਿਆਈ, ਕੋਈ ਸ਼ੋਭਾ ਨਹੀਂ, ਕਿਉਂਕਿ ਜਿਨ੍ਹਾਂ ਨੇ ਸੰਤਾਂ ਦੀ ਨਿੰਦਿਆ ਦਾ ਜੀਵਨ ਮਨੋਰਥ ਬਣਾ ਲਿਆ, ਉਹ ਸਾਰੀ ਜ਼ਿੰਦਗੀ ਭਟਕਦਿਆਂ ਇੱਧਰ ਉੱਧਰ ਭਟਕਦਿਆਂ ਕੱਢ ਦਿੰਦੇ ਨੇ। ਤੇ ਉਹਨਾਂ ਦਾ ਇਹ ਮਨੁੱਖਾ ਜਨਮ ਜਿਹੜਾ ਸਵਰਗ ਦੀ ਤਰ੍ਹਾਂ ਹੋਣਾ ਚਾਹੀਦਾ ਸੀ, ਇਹ ਮਨੁੱਖਾ ਜਨਮ ਨਰਕ ਬਣ ਜਾਂਦਾ ਹੈ। ਤੇ ਅੰਤ ਨੂੰ ਉਹ ਲੋਕ ਫਿਰ ਨਰਕ ਦੇ ਅੰਦਰ ਪੈਂਦੇ ਐ, ਸ਼ੋਭਾ ਆਪਣੀ ਗਵਾ ਲੈਂਦੇ ਨੇ। ਸਤਿਗੁਰੂ ਜੀ ਕਹਿੰਦੇ ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤਾਂ ਦੀ ਨਿੰਦਿਆ ਕਰਕੇ, ਸੰਤਾਂ ਦੀ ਨਿੰਦਿਆ ਕਰਨ ਨਾਲ ਮਤ ਹੋਏ ਮਲੀਨ, ਉਹਨਾਂ ਦੀ ਮਤ ਮਲੀਨ ਹੋ ਜਾਂਦੀ ਹੈ। ਮਲੀਨ ਦਾ ਅਰਥ ਹੁੰਦਾ ਹੈ ਮਤ ਜਿਹੜੀ ਹੈ ਉਹ ਮਾੜੀ ਹੋ ਜਾਂਦੀ, ਭੈੜੀ ਮਤ ਆ ਜਾਂਦੀ ਹੈ। ਉਹ ਇਨਸਾਨ ਕੁਮਤ ਧਾਰਨ ਕਰ ਲੈਂਦੇ ਨੇ ਜਿਹੜੇ ਇਨਸਾਨ ਸੰਤਾਂ ਦੀ ਨਿੰਦਿਆ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਸੰਤ ਕੈ ਦੁਖਨ ਸ਼ੋਭਾ ਤੇ ਹੀਨ, ਸੰਤਾਂ ਦੀ ਨਿੰਦਿਆ ਕਰਨ ਵਾਲੇ ਸ਼ੋਭਾ ਤੋਂ ਹੀਣੇ ਰਹਿ ਜਾਂਦੇ ਨੇ, ਕਿਉਂਕਿ ਹਰ ਕੋਈ ਜਾਣਦਾ ਜਿਹੜਾ ਰੱਬ ਨੂੰ ਜਪਣ ਵਾਲਾ ਹੈ, ਜਿਹੜਾ ਮਨ ਕਰਕੇ ਰੱਬ ਨੂੰ ਸਿਮਰਦਾ ਹੈ, ਉਹਦੇ ਦੋਖੀ ਵੀ ਇਹ ਗੱਲ ਜਾਣਦੇ ਨੇ ਕਿ ਇਹ ਇਨਸਾਨ ਰੱਬ ਨਾਲ ਜੁੜਿਆ ਹੋਇਆ ਹੈ। ਤੇ ਬਹੁਤਿਆਂ ਦੀ ਨਿੰਦਿਆ ਇਸੇ ਕਰਕੇ ਹੁੰਦੀ ਹੈ ਕਿ ਜਿੰਨੀ ਭਗਤੀ ਇਹ ਕਰ ਲੈਂਦਾ, ਸਾਡੇ ਕੋਲ ਤੇ ਉਨੀ ਭਗਤੀ ਹੋ ਹੀ ਨਹੀਂ ਰਹੀ। ਤੇ ਇਹੋ ਜਿਹੇ ਮਨੁੱਖ ਜਿਹੜੇ ਰੱਬ ਨਾਲ ਜੁੜੇ ਨੇ, ਜਿਹੜੇ ਸਾਸ ਗਰਾਸ ਉਹਨੂੰ ਧਿਆ ਰਹੇ ਨੇ, ਅਗਰ ਉਹਨਾਂ ਮਨੁੱਖਾਂ ਦੀ ਕੋਈ ਨਿੰਦਿਆ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਸ਼ੋਭਾ ਤੋਂ ਹੀਣਾ ਹੋ ਜਾਂਦਾ ਹੈ, ਭਾਵ ਕਿ ਉਹ ਮਾਣ ਸਨਮਾਨ ਗਵਾ ਬੈਂਦਾ ਹੈ, ਦੁਨੀਆ 'ਚ ਉਹਨੂੰ ਕੋਈ ਮਾਣ ਵਡਿਆਈ ਨਹੀਂ ਮਿਲਦੀ। ਸਤਿਗੁਰਾਂ ਨੇ ਅੱਗੇ ਸਾਡੇ ਤੇ ਰਹਿਮਤਾਂ ਕੀਤੀਆਂ ਕਿ ਸੰਤ ਕੇ ਹੱਤੇ ਕੋ ਰਖੈ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ। ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਦੇ ਫਟਕਾਰੇ ਹੋਏ ਲੋਕ ਨੇ, ਉਹਨਾਂ ਨੂੰ ਦੁਨੀਆ ਦਾ ਹੋਰ ਕੋਈ ਮਨੁੱਖ ਕੋਈ ਆਸਰਾ ਨਹੀਂ ਦੇ ਸਕਦਾ, ਉਹਨਾਂ ਨੂੰ ਦੁਨੀਆ ਦੇ ਅੰਦਰ ਹੋਰ ਕੋਈ ਥਾਂ ਜਿਹੜੀ ਹੈ ਉਹ ਨਹੀਂ ਮਿਲਦੀ, ਕਿਉਂਕਿ ਉਹ ਲੋਕ ਸੰਤਾਂ ਵੱਲੋਂ ਫਟਕਾਰੇ ਗਏ। ਤੇ ਸਤਿਗੁਰੂ ਜੀ ਕਹਿੰਦੇ ਕਿ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ। ਤੇ ਇਹੋ ਜਿਹੇ ਮਨੁੱਖ ਜਿਹੜੇ ਆਪ ਫਟਕਾਰੇ ਗਏ ਨੇ, ਜਿਨ੍ਹਾਂ ਨੇ ਜ਼ਿੰਦਗੀ ਅੰਦਰ ਸੰਤਾਂ ਦੀ ਨਿੰਦਿਆ ਕਰਕੇ ਆਪਣੀ ਸ਼ੋਭਾ ਗਵਾ ਲਈ, ਜ਼ਿੰਦਗੀ 'ਚੋਂ ਸੁੱਖ ਗਵਾ ਲਏ, ਉਹ ਫਿਰ ਜਿੱਥੇ ਜਾ ਕੇ ਬੈਠਦੇ ਨੇ ਉਹ ਉਸ ਸਥਾਨ ਨੂੰ ਵੀ ਭ੍ਰਸ਼ਟ ਕਰ ਦਿੰਦੇ ਨੇ, ਉਹ ਉਸ ਜਗ੍ਹਾ ਨੂੰ ਵੀ ਗੰਦਲਾ ਕਰ ਦਿੰਦੇ ਨੇ ਜਿੱਥੇ ਉਹਨਾਂ ਦਾ ਵਾਸਾ ਹੁੰਦਾ ਹੈ। ਸਤਿਗੁਰਾਂ ਨੇ ਅੱਗੇ ਸਾਡੇ ਤੇ ਰਹਿਮਤਾਂ ਕੀਤੀਆਂ ਨੇ ਜੀ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਪੀਤਰੇ। ਪਰ ਸਤਿਗੁਰਾਂ ਨੇ ਇੱਥੋਂ ਤੱਕ ਤੇ ਉਹਨਾਂ ਲੋਕਾਂ ਦੇ ਔਗੁਣ ਗਣਾਏ ਨੇ, ਉਹਨਾਂ ਲੋਕਾਂ ਦੇ ਦੁੱਖ ਗਣਾਏ ਕਿ ਕਿਹੜਾ ਕਿਹੜਾ ਦੁੱਖ ਸੰਤਾਂ ਦੀ ਨਿੰਦਿਆ ਨਾਲ ਉਹਨਾਂ ਨੂੰ ਮਿਲਦਾ ਹੈ। ਅੱਗੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਜੇਕਰ ਸੰਤ ਕਿਰਪਾਲ ਆਪ ਦਿਆਲੂ ਹੋ ਕੇ ਆਪ ਦਇਆ ਦੇ ਘਰ 'ਚ ਆ ਕੇ ਇਹੋ ਜਿਹੇ ਲੋਕਾਂ ਨੂੰ ਬਖਸ਼ ਦੇਵੇ ਤੇ ਉਹਨਾਂ ਲੋਕਾਂ ਦਾ, ਉਹਨਾਂ ਨਿੰਦਕਾਂ ਦਾ ਵੀ ਭਲਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਨਿੰਦਕ ਜਿਹੜੇ ਨੇ
ਸੰਤ ਜਨ ਕੀ ਕਰਦੇ ਹੈ, ਗੁਰੂ ਦੇ ਪਿਆਰੇ ਕੀ ਕਰਦੇ ਹੈ ਕਿ ਉਹਨਾਂ ਨੂੰ ਸੰਗਤ ਬਖਸ਼ ਦਿੰਦੇ ਨੇ ਆਪਣੇ ਵਰਗੇ ਬੰਦਿਆਂ ਦੀ। ਉਹ ਉਹਨਾਂ ਨੂੰ ਸਤ ਸੰਗਤ ਬਖਸ਼ਦੇ ਨੇ ਤੇ ਸੰਤ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ ਇਹੋ ਜਿਹੇ ਜਿਹੜੇ ਨਿੰਦਕ ਨੇ, ਸਤਿਗੁਰੂ ਜੀ ਕਹਿੰਦੇ ਉਹ ਵੀ ਤਰ ਜਾਂਦੇ ਨੇ। ਦੂਸਰੇ ਪਦੇ ਵਿੱਚ ਸਤਿਗੁਰਾਂ ਨੇ ਕਿਰਪਾ ਸਾਡੇ ਤੇ ਕੀਤੀ ਕਿ ਸੰਤ ਕੇ ਦੁਖਨ ਤੇ ਮੁਖ ਭਵੈ। ਮੁਖ ਭਵੇ ਦਾ ਅਰਥ ਹੁੰਦਾ ਹੈ ਕਿ ਜਿਹੜਾ ਚਿਹਰਾ ਹੈ ਉਹਦਾ ਉਹ ਪ੍ਰਿਸ਼ਟਿਆ ਜਾਣਾ। ਪ੍ਰਿਸ਼ਟਿਆ ਜਾਣ ਤੋਂ ਭਾਵ ਕਿ ਜਿਹੜੇ ਸੰਤਾਂ ਨੂੰ ਨਿੰਦਦੇ ਨੇ, ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਨੇ, ਉਹਨਾਂ ਦੀ ਹਾਲਤ ਐਸੀ ਬਣ ਜਾਂਦੀ ਹੈ ਕਿ ਕੋਈ ਇਨਸਾਨ ਉਹਨਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ, ਕੋਈ ਇਨਸਾਨ ਉਹਨਾਂ ਦੀ ਸੰਗਤ 'ਚ ਬੈਠਣਾ ਨਹੀਂ ਚਾਹੁੰਦਾ। ਤੇ ਇਸੇ ਅਵਗੁਣ ਕਰਕੇ ਸਤਿਗੁਰੂ ਜੀ ਕਹਿੰਦੇ ਮੈਨੂੰ ਇਉਂ ਜਾਪਦਾ ਹੈ ਕਿ ਇਹਨਾਂ ਦਾ ਜਿਹੜਾ ਚਿਹਰਾ ਹੈ ਨਾ ਉਹ ਵੀ ਪ੍ਰਿਸ਼ਟਿਆ ਗਿਆ, ਭਾਵ ਕਿ ਇਹਨਾਂ ਦਾ ਜਿਹੜਾ ਚਿਹਰਾ ਹੈ ਸਤਿਗੁਰੂ ਜੀ ਕਹਿੰਦੇ ਉਹ ਵੀ ਨਿੰਦਣਯੋਗ ਹੋ ਗਿਆ, ਹੁਣ ਕੋਈ ਮੱਥੇ ਨਹੀਂ ਲੱਗਣਾ ਚਾਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਸੰਤਨ ਕੈ ਦੁਖਨ ਕਾਗਜੋਂ ਲਵੈ। ਇੱਥੋਂ ਤੱਕ ਸਤਿਗੁਰੂ ਜੀ ਸੰਤ ਦੀ ਗੱਲ ਕਰਦੇ ਸਨ। ਹੁਣ ਸ਼ਬਦ ਵਰਤਿਆ ਸੰਤਨ। ਸੰਤਨ ਦਾ ਭਾਵ ਹੁੰਦਾ ਹੈ, ਸੰਤ ਦਾ ਬਹੁਵਚਨ ਹੈ ਸੰਤਨ, ਜਿਆਦੇ ਸੰਤ। ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤਾਂ ਦੇ ਨਾਲ ਵੈਰ ਕਮਾਉਂਦੇ ਨੇ ਉਹਨਾਂ ਦੀ ਜ਼ਿੰਦਗੀ ਇਉਂ ਬਣ ਜਾਂਦੀ ਹੈ ਜਿਵੇਂ ਇੱਕ ਕਾਂ। ਆਪਾਂ ਅਕਸਰ ਕਾਂ ਨੂੰ ਵੇਖਦੇ ਹਾਂ ਕਿ ਉਹ ਕਦੇ ਟਿਕ ਨਹੀਂ ਬੈਠ ਸਕਦਾ ਤੇ ਹਰ ਸਮੇਂ ਉਹਦੀ ਜਿਹੜੀ ਆਵਾਜ਼, ਇੱਕ ਤੇ ਉਹਦੀ ਜਿਹੜੀ ਆਵਾਜ਼ ਹੈ ਉਹ ਹੈ ਇੰਨੀ ਕੁ ਬੇਸੁਰੀ ਕਿ ਕੋਈ ਸੁਣਨੀ ਨਹੀਂ ਚਾਹੁੰਦਾ। ਤੇ ਉਹ ਜਿੱਥੇ ਵੀ ਬੈਠਦਾ ਹੈ ਉੱਥੋਂ ਹੀ ਹਰ ਕੋਈ ਚਾਹੁੰਦਾ ਕਿ ਇਹ ਉੱਡ ਜਾਏ ਤਾਂ ਕਿ ਇਹਦੀ ਜਿਹੜੀ ਭੈੜੀ ਜੀ ਆਵਾਜ਼ ਹੈ ਉਹ ਸਾਡੇ ਕੰਨਾਂ 'ਚ ਨਾ ਪੈ ਜਾਏ। ਦੇਖੋ ਰੰਗ ਕਾਂ ਦਾ ਵੀ ਕਾਲਾ ਹੈ, ਰੰਗ ਕੋਇਲ ਦਾ ਵੀ ਕਾਲਾ ਹੈ, ਪਰ ਕੋਇਲ ਦੀ ਬੋਲੀ ਇੰਨੀ ਕੁ ਮਿੱਠੀ ਹੈ ਕਿ ਕੋਇਲ ਕਦੇ ਕਿਸੇ ਦੇ ਘਰ ਦੇ ਚੁਬਾਰੇ ਤੇ ਆ ਕੇ, ਘਰ ਦੇ ਬਨੇਰੇ ਤੇ ਆ ਕੇ ਨਹੀਂ ਬੋਲਦੀ। ਜਦੋਂ ਵੀ ਉਹਨੂੰ ਸੁਣਨਾ ਹੋਏਗਾ, ਉਹਦੀ ਆਵਾਜ਼ ਨੂੰ ਸੁਣਨਾ ਹੋਏਗਾ, ਜੰਗਲਾਂ ਦੇ ਅੰਦਰ ਬੇਲਿਆਂ 'ਚ ਜਾਣਾ ਪੈਂਦਾ ਹੈ, ਜਿੱਥੇ ਰੁੱਖਾਂ ਦੀ ਬਹੁਤਾਤ ਹੋਏ ਕੋਇਲ ਉੱਥੇ ਬੋਲਦੀ ਹੈ। ਤੇ ਉਹਦੀ ਮਿੱਠੀ ਬੋਲੀ ਸੁਣਨ ਵਾਸਤੇ ਲੋਕ ਉੱਥੇ ਵੀ ਜਾਂਦੇ ਨੇ। ਦੂਜੇ ਪਾਸੇ ਇਹ ਕਾਂ ਹੈ, ਘਰ ਵਿੱਚ ਆ ਕੇ ਆਪਣੀ ਆਵਾਜ਼ ਸੁਣਾਉਣਾ ਚਾਹੁੰਦਾ ਹੈ, ਪਰ ਉੱਥੇ ਵੀ ਇਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ। ਜਿਵੇਂ ਹੀ ਇਹ ਆਵਾਜ਼ ਕੱਢਦਾ ਉਵੇਂ ਲੋਕੀ ਡੰਡੇ ਲੈ ਕੇ, ਵੱਟੀਆਂ ਲੈ ਕੇ ਇਹਦੇ ਮਗਰ ਪੈਂਦੇ ਕਿ ਇਹਨੂੰ ਉਡਾ ਦਿਓ ਤਾਂ ਕਿ ਇਹਦੀ ਇਹ ਬੇਸੁਰੀਲੀ ਆਵਾਜ਼ ਜਿਹੜੀ ਕੰਨਾਂ 'ਚ ਨਾ ਪੈ ਜਾਏ। ਸਤਿਗੁਰੂ ਜੀ ਕਹਿੰਦੇ ਜਿਹੜੇ ਨਿੰਦਕ ਨੇ ਉਹਨਾਂ ਦੀ ਹਾਲਤ ਵੀ ਐਵੇਂ ਦੀ ਬਣ ਜਾਂਦੀ ਹੈ, ਉਹ ਵੀ ਕਾਂ ਦੀ ਤਰ੍ਹਾਂ ਹਰ ਥਾਂ ਤੇ ਲਉ ਲਉ ਕਰਦੇ ਫਿਰਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਟਿਕਾ ਨਹੀਂ ਹੈ। ਕਦੇ ਇਹਦੇ ਕੋਲ ਜਾ ਕੇ ਨਿੰਦਿਆ ਕਰਨ ਲੱਗ ਪਏ, ਕਦੇ ਉਹਦੇ ਕੋਲ ਜਾ ਕੇ ਬੋਲਣ ਲੱਗ ਪਏ, ਤੇ ਇੱਕ ਦਿਨ ਲੋਕ ਇੰਨਾ ਕੁ ਅੱਕ ਜਾਂਦੇ ਨੇ ਕਿ ਲੋਕ ਉਹਨਾਂ ਤੋਂ ਵੀ ਆਪਣਾ ਪਿੱਛਾ, ਆਪਣਾ ਖਹਿੜਾ ਛੁਡਾਉਣਾ ਹੀ ਚੰਗਾ ਸਮਝਦੇ ਨੇ। ਤੇ ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਕਿ ਸੰਤ ਕੇ ਦੁਖਨ ਤ੍ਰਿਗਦ ਜੋਨ ਕਰਮਾਏ। ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤਾਂ ਦੇ ਨਿੰਦਕ ਨੇ, ਜਾਂ ਮੈਂ ਸ਼ਬਦ ਵਰਤਾਂ ਕਿ ਜਿਹੜੇ ਨਿੰਦਕ ਨੇ, ਮਾੜਾ ਕਹਿਣ ਵਾਲੇ, ਮਾੜਾ ਬੋਲਣ ਵਾਲੇ ਲੋਕ ਨੇ, ਉਹਨਾਂ ਦੀ ਹਾਲਤ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਤ੍ਰਿਗਦ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਨੇ ਉਹਨਾਂ ਦੇ ਅੰਦਰ ਪੈ ਜਾਂਦੇ ਨੇ। ਤੇ ਉਹਨਾਂ ਜੂਨਾਂ ਦੀ ਗੱਲ ਸਤਿਗੁਰਾਂ ਨੇ ਕਰਦਿਆਂ ਗੱਲ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਕਿ ਇਹੋ ਜਿਹੇ ਲੋਕ ਸੱਪ ਦੀ ਜੂਨੇ ਪੈਂਦੇ ਨੇ ਤੇ ਨਿੱਕੀਆਂ ਜਿਹੜੇ ਕਿਰਮ ਨੇ ਕਈ ਵਾਰ ਉਹਨਾਂ ਦੀ ਜੂਨ 'ਚ ਪੈ ਕੇ ਭਟਕਦੇ ਨੇ। ਕਦੇ ਵੀ ਉਹਨਾਂ ਨੂੰ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਦਾ। ਸੰਤ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ। ਤੇ ਜਿਹੜੇ ਸੰਤਾਂ ਦੇ ਦੁਖੀ ਨੇ ਉਹਨਾਂ ਨੂੰ ਤ੍ਰਿਸ਼ਨਾ ਦੀ ਅਗਨ ਅੰਦਰ ਦਿਨ ਰਾਤ ਜਲਣਾ ਪੈਂਦਾ ਹੈ। ਉਹ ਦਿਨ ਰਾਤ ਤ੍ਰਿਸ਼ਨਾ ਵਿੱਚ ਜਲਦੇ ਨੇ। ਸਤਿਗੁਰੂ ਜੀ ਕਹਿੰਦੇ ਸੰਤ ਕੇ ਦੁਖਨ ਤੇ ਸਭ ਕੁਛ ਹੈ। ਜਿਹੜੇ ਸੰਤਾਂ ਦੇ ਦੁਖੀ ਨੇ ਉਹ ਇਹੋ ਜਿਹੇ ਲੋਕ ਨੇ ਕਿ ਉਹ ਹਰੇਕ ਨੂੰ ਠੱਗਣ ਨੂੰ, ਹਰੇਕ ਨੂੰ ਧੋਖਾ ਦੇਣ ਨੂੰ ਫਿਰਦੇ ਨੇ। ਭਾਵ ਕਿ ਉਹਨਾਂ ਦੀ ਜ਼ਿੰਦਗੀ ਅੰਦਰ ਆ ਕੇ ਬਿਰਤੀ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਕਿਸੇ ਨੂੰ ਵੀ ਬਗੈਰ ਠੱਗੇ ਤੋਂ ਛੱਡਣਾ ਨਹੀਂ ਚਾਹੁੰਦੇ। ਉਹਨਾਂ ਦੀ ਬਿਰਤੀ ਇਹ ਹੈ ਕਿ ਜਿਹੜਾ ਵੀ ਮਿਲਦਾ ਹੈ ਹਰ ਇੱਕ ਇਨਸਾਨ ਉਹਨੂੰ ਪਕੜ ਕੇ ਉਹ ਠੱਗ ਲੈਣਾ ਚਾਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਸੰਤ ਕੈ ਦੁਖਨ ਤੇਜ ਸਭ ਜਾਏ। ਤੇਜ ਦਾ ਅਰਥ ਹੁੰਦਾ ਇਨਸਾਨ ਦਾ ਪ੍ਰਤਾਪ, ਇਨਸਾਨ ਦੀ ਸ਼ੋਭਾ, ਮਾਣ, ਵਡਿਆਈ। ਸੰਤਾਂ ਨੂੰ ਨਿੰਦਣ ਦੇ ਨਾਲ ਇਨਸਾਨ ਦਾ ਸਾਰਾ ਤੇਜ ਚਲਾ ਜਾਂਦਾ ਹੈ। ਸਤਿਗੁਰਾਂ ਦੀ ਰਹਿਮਤ ਹੈ ਜੀ ਅੱਗੇ ਕਿ ਸੰਤ ਕੇ ਦੁਖਨ ਨੀਚ ਨਿਚਾਏ। ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤਾਂ ਦੇ ਦੁਖੀ ਨੇ ਉਹ ਨੀਚਾਂ ਤੋਂ ਵੀ ਨੀਚ ਹੋ ਜਾਂਦੇ ਨੇ। ਭਾਵ ਕਿ ਉਹਨਾਂ ਦਾ ਜੀਵਨ ਮਾੜਿਆਂ ਤੋਂ ਮਾੜਾ ਹੋ ਜਾਂਦਾ ਹੈ।
ਜਿਹੜੇ ਲੋਕ ਸੰਤ ਜਨਾਂ ਦੀ ਨਿੰਦਿਆ ਕਰਦੇ ਨੇ। ਤੇ ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਹੈ ਕਿ ਸੰਤ ਦੁਖੀ ਕਾ ਥਾਉ ਕੋ ਨਾ ਹੈ। ਔਰ ਪਹਿਲੇ ਪਦੇ 'ਚ ਵੀ ਸਤਿਗੁਰਾਂ ਨੇ ਇਹੀ ਕਿਰਪਾ ਕੀਤੀ ਸੀ ਕਿ ਸੰਤਾਂ ਤੋਂ ਬਗੈਰ ਇਹੋ ਜਿਹੇ ਇਨਸਾਨ ਨੂੰ ਕੋਈ ਦੂਜਾ ਰੱਖਣ ਵਾਲਾ ਨਹੀਂ ਹੈ। ਸੰਤ ਕੇ ਹੱਥੇ ਕੋ ਰੱਖੇ ਨਾ ਕੋਈ। ਤੇ ਇੱਥੇ ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਸੰਤਾਂ ਦੇ ਦੁਖੀ ਨੇ, ਸੰਤ ਦੁਖੀ ਕਾ ਥਾਂ ਕੋ ਨਾ ਹੈ। ਕੋਈ ਐਸਾ ਥਾਂ ਨਹੀਂ, ਕੋਈ ਐਸਾ ਘਰ ਨਹੀਂ, ਕੋਈ ਐਸਾ ਟਿਕਾਣਾ ਨਹੀਂ ਜਿੱਥੇ ਸੰਤਾਂ ਦੇ ਦੁਖੀਆਂ ਨੂੰ ਥਾਂ ਮਿਲ ਜਾਏ, ਜਿੱਥੇ ਉਹਨਾਂ ਨੂੰ ਪਨਾਹ ਮਿਲ ਜਾਏ, ਜਿੱਥੇ ਜਾ ਕੇ ਉਹਨਾਂ ਦੀ ਗਤੀ ਹੋ ਜਾਏ। ਉਹਨਾਂ ਨੂੰ ਹਰ ਪਾਸਿਓਂ ਝਿੜਕਾਂ ਪੈਂਦੀਆਂ ਨੇ, ਉਹ ਹਰ ਪਾਸਿਓਂ ਦੁਰਕਾਰੇ ਜਾਂਦੇ ਨੇ ਜੋ ਸੰਤਾਂ ਦੇ ਨਿੰਦਕ ਨੇ। ਤੇ ਸਤਿਗੁਰੂ ਜੀ ਨੇ ਅੱਗੇ ਰਹਿਮਤਾਂ ਕੀਤੀਆਂ ਕਿ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ। ਜੇਕਰ ਸੰਤ ਨੂੰ ਭਾ ਜਾਣ, ਜੇਕਰ ਰੱਬੀ ਪਿਆਰਿਆਂ ਨੂੰ ਚੰਗਾ ਲੱਗਦਾ ਹੋਏ ਤੇ ਇਹੋ ਜਿਹੇ ਨਿੰਦਕ ਉਹ ਵੀ ਗਤ ਪਾ ਲੈਂਦੇ ਨੇ, ਭਾਵ ਕਿ ਉਹਨਾਂ ਦੀ ਜ਼ਿੰਦਗੀ ਦਾ ਵੀ ਉਧਾਰ ਹੋ ਜਾਂਦਾ ਹੈ। ਸਤਿਗੁਰਾਂ ਨੇ ਇਸ ਅਸ਼ਟਪਦੀ ਦੇ ਅਗਲੇ ਪਦੇ ਵਿੱਚ ਜੋ ਕਿਰਪਾ ਸਾਡੇ ਤੇ ਕੀਤੀ ਹੈ ਜੀ, ਸਤਿਗੁਰੂ ਜੀ ਕਹਿੰਦੇ ਕਿ ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕਨ ਨਾ ਪਾਈ। ਮਹਾ ਅਤਤਾਈ, ਅਤਤਾਈ ਦਾ ਅਰਥ ਹੁੰਦਾ ਜਿਹੜਾ ਅਤ ਕਰਨ ਵਾਲਾ ਹੋਵੇ, ਅਤ ਚੁੱਕਣ ਵਾਲਾ ਹੋਵੇ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਤ ਦਾ ਨਿੰਦਕ ਹੈ ਭਾਈ, ਉਹ ਸਦਾ ਅਤ ਚੁੱਕੀ ਰੱਖਦਾ ਹੈ। ਤੇ ਸਤਿਗੁਰੂ ਜੀ ਨੇ ਨਾਲ ਹੀ ਕਿਰਪਾ ਕੀਤੀ ਕਿ ਸੰਤ ਕਾ ਨਿੰਦਕ ਖਿਣ ਟਿਕਨ ਨਾ ਪਾਈ। ਮੰਨਿਆ ਕਿ ਉਹ ਅੱਤ ਚੁੱਕੀ ਰੱਖਦਾ ਹੈ, ਭਾਵ ਕਿ ਹਰ ਪਾਸੇ ਇੱਧਰ ਲੜਾਈ ਕਰਵਾ ਦੇਗਾ, ਕਦੇ ਕਿਸੇ ਦਾ ਕਿਸੇ ਨਾਲ ਝਗੜਾ ਕਰਵਾ ਦਿੱਤਾ, ਉਹ ਹਰ ਪਾਸੇ ਹੀ ਜਾ ਕੇ ਹਰੇਕ ਕੰਮ ਦੇ ਅੰਦਰ ਆਪਣੀਆਂ ਟੰਗਾਂ ਫਸਾਉਣ ਦੀਆਂ ਗੱਲਾਂ ਕਰੇਗਾ। ਪਰ ਇਹ ਵੀ ਸੱਚਾਈ ਹੈ ਕਿ ਇਹੋ ਜਿਹਾ ਇਨਸਾਨ ਇੱਕ ਖਿਣ ਵੀ ਟਿਕ ਕੇ ਨਹੀਂ ਬੈਠਦਾ, ਇੱਕ ਪਲ ਭਰ ਦਾ ਸਕੂਨ ਵੀ ਇਹੋ ਜਿਹੇ ਇਨਸਾਨ ਦੀ ਜ਼ਿੰਦਗੀ ਵਿੱਚ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕਾ ਨਿੰਦਕ ਮਹਾ ਹਥਿਆਰਾ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸੰਤ ਦਾ ਨਿੰਦਕ ਹੈ ਉਹ ਹਥਿਆਰਾ, ਭਾਵ ਕਿ ਜ਼ਾਲਮ ਬਣ ਜਾਂਦਾ ਹੈ, ਉਹਦੀ ਬਿਰਤੀ ਜ਼ਾਲਮਾਂ ਵਾਲੀ ਬਣ ਜਾਂਦੀ ਹੈ। ਤੇ ਸਤਿਗੁਰੂ ਜੀ ਨੇ ਅੱਗੇ ਸਾਡੇ ਤੇ ਰਹਿਮਤਾਂ ਕੀਤੀਆਂ ਕਿ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਤੇ ਸੰਤ ਦਾ ਜਿਹੜਾ ਨਿੰਦਕ ਹੈ ਉਹਨੂੰ ਰੱਬ ਦੇ ਘਰੋਂ ਵੀ ਮਾਰ ਪੈਂਦੀ ਹੈ, ਉਹ ਰੱਬ ਵੱਲੋਂ ਵੀ ਦੁਰਕਾਰਿਆ ਜਾਂਦਾ ਹੈ। ਸਤਿਗੁਰਾਂ ਦੀ ਅੱਗੇ ਕਿਰਪਾ ਹੋਈ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕਾ ਨਿੰਦਕ ਰਾਜ ਤੇ ਹੀਨ। ਸਤਿਗੁਰੂ ਜੀ ਕਹਿੰਦੇ ਜੋ ਸੰਤ ਦਾ ਨਿੰਦਕ ਹੈ ਉਹ ਰਾਜ ਤੋਂ, ਭਾਵ ਕਿ ਦੁਨੀਆ ਦੇ ਜਿਹੜੇ ਸੁੱਖ ਨੇ, ਜਿਵੇਂ ਰਾਜੇ ਬਣ ਕੇ ਜਿਹੜੇ ਸੁੱਖ ਮਿਲਦੇ ਨੇ, ਸਤਿਗੁਰਾਂ ਨੇ ਉਹ ਇੱਕ ਦ੍ਰਿਸ਼ਟਾਂਤ ਦੇ ਤੌਰ ਤੇ ਲਿਆ ਹੈ ਕਿ ਇਹੋ ਜਿਹਾ ਇਨਸਾਨ ਦੁਨੀਆ ਵਿੱਚ ਪ੍ਰਾਪਤ ਹੋਣ ਵਾਲੇ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ ਹੈ, ਉਹ ਰਾਜ ਤੋਂ ਹੀਨ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਰਾਜਾ ਬਣਨ ਤੋਂ ਵਾਂਝਾ ਰਹਿ ਜਾਂਦਾ ਹੈ। ਇੱਥੇ ਮਤਲਬ ਇਹ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਜਿਹੜੇ ਸੁੱਖ ਭੋਗਣੇ ਸੀ, ਉਹਨੇ ਜੋ ਰਾਜਿਆਂ ਵਰਗੀ ਜ਼ਿੰਦਗੀ ਜਿਉਣੀ ਸੀ, ਉਹਨੇ ਰੱਬ ਨਾਲ ਜੁੜ ਕੇ ਰੱਬੀ ਪਿਆਰਿਆਂ ਦੀ ਸੰਗਤ ਕਰਕੇ ਉਹ ਉਸ ਗੱਲ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਉਹ ਇਨਸਾਨ ਰਾਜ ਤੋਂ ਵੀ ਹੀਨਾ ਹੈ। ਤੇ ਸਤਿਗੁਰੂ ਜੀ ਨੇ ਅੱਗੇ ਕਿਰਪਾ ਸਾਡੇ ਤੇ ਕੀਤੀ ਹੈ ਕਿ ਜਿੱਥੇ ਇਹੋ ਜਿਹਾ ਮਨੁੱਖ ਸਦਾ ਹੀ ਰਾਜ ਤੋਂ ਹੀਣਾ, ਸੁੱਖਾਂ ਤੋਂ ਹੀਣਾ ਹੈ, ਉੱਥੇ ਉਹ ਦੁਨੀਆ ਦੇ ਜਿਹੜੇ ਬਾਕੀ ਸੁੱਖ ਨੇ ਉਹਨਾਂ ਤੋਂ ਵੀ ਹੀਣਾ ਰਹਿ ਜਾਂਦਾ ਹੈ। ਤੇ ਉਹਦੀ ਹਾਲਤ ਕੀ ਬਣਦੀ ਹੈ ਕਿ ਸੰਤ ਕਾ ਨਿੰਦਕ ਦੁਖੀਆ ਅਰਦੀਨ। ਉਹ ਦੀਨ ਬੇਸਹਾਰਾ ਬਣ ਕੇ, ਦੁਖੀਆ ਬਣ ਕੇ, ਦੁਖਿਆਰਾ ਬਣ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਸਤਿਗੁਰਾਂ ਦੀ ਅੱਗੇ ਰਹਿਮਤ ਹੈ ਜੀ ਕਿ ਸੰਤ ਕੇ ਨਿੰਦਕ ਕੋ ਸਰਬ ਰੋਗ। ਤੇ ਜਿੰਨੇ ਵੀ ਰੋਗ ਨੇ, ਚਾਹੇ ਉਹ ਮਾਨਸਿਕ ਰੋਗ ਨੇ, ਚਾਹੇ ਉਹ ਸਰੀਰਕ ਰੋਗ ਨੇ, ਉਹ ਸਾਰੇ ਲੱਗ ਜਾਂਦੇ ਨੇ ਸੰਤਾਂ ਦੇ ਨਿੰਦਕਾਂ ਨੂੰ। ਜਿਹੜੇ ਸੰਤਾਂ ਦੀ ਨਿੰਦਿਆ ਕਰਨ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਹਰ ਪ੍ਰਕਾਰ ਦਾ ਰੋਗ ਵੀ ਵਿਆਪ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸੰਤ ਕੇ ਨਿੰਦਕ ਕੋ ਸਦਾ ਵਿਯੋਗ। ਤੇ ਜਿਹੜਾ ਸੰਤ ਦਾ ਨਿੰਦਕ ਹੈ ਉਹਦੀ ਜ਼ਿੰਦਗੀ ਦੇ ਅੰਦਰ ਵਿਯੋਗ, ਭਾਵ ਕਿ ਰੱਬ ਨਾਲੋਂ ਵਿਛੋੜਾ ਜਿਹੜਾ ਹੈ ਉਹ ਸਦਾ ਬਣਿਆ ਰਹਿੰਦਾ ਹੈ। ਕਿਉਂਕਿ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦਿਆ ਮਿਲਾਏ। ਸੰਤ ਜਨ ਉਹ ਸਨ ਜਿਨ੍ਹਾਂ ਨੇ ਸਹਾਇਕ ਬਣ ਕੇ ਇੱਕ ਰੱਬ ਤੋਂ ਟੁੱਟੇ ਹੋਏ ਮਨੁੱਖ ਨੂੰ ਰੱਬ ਦੇ ਨਾਲ ਜੋੜਨਾ ਸੀ। ਪਰ ਉਹ ਲੋਕ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਦੀ ਨਿੰਦਿਆ ਕੀਤੀ, ਰੱਬੀ ਪਿਆਰਿਆਂ ਦੀ ਨਿੰਦਿਆ ਕੀਤੀ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਤੇ ਇਹ ਵਿਯੋਗ ਵਿਛੋੜੇ ਦਾ ਦੁੱਖ ਸਦਾ ਹੀ ਵਿਆਪਦਾ ਰਹੇਗਾ। ਕਿਉਂਕਿ ਜਿਨ੍ਹਾਂ ਨੇ ਜੋੜਨਾ ਸੀ ਇਹ ਉਹਨਾਂ ਦੀ ਹੀ ਨਿੰਦਿਆ ਕਰ ਬੈਠਾ, ਇਹ ਉਹਨਾਂ ਨੂੰ ਮਾੜਾ ਆਖਦਾ ਰਿਹਾ
ਜਿਨ੍ਹਾਂ ਨੇ ਇਹਦਾ ਸੰਬੰਧ ਪਰਮਾਤਮਾ ਦੇ ਨਾਲ ਜੋੜਨਾ ਸੀ। ਸਤਿਗੁਰਾਂ ਨੇ ਅੱਗੇ ਸਾਡੇ ਤੇ ਕਿਰਪਾ ਕੀਤੀ ਹੈ ਜੀ। ਸਤਿਗੁਰੂ ਜੀ ਕਹਿੰਦੇ ਕਿ ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ। ਸਤਿਗੁਰੂ ਜੀ ਕਹਿੰਦੇ ਕਿ ਸੰਤਾਂ ਦੀ ਨਿੰਦਾ ਦੁੱਖਾਂ ਵਿੱਚੋਂ ਵੱਡਾ ਦੁੱਖ ਹੈ ਕਿ ਕੋਈ ਇਨਸਾਨ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰੇ। ਕਿਉਂਕਿ ਆਪਾਂ ਆਮ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ, ਜਿਹੜੇ ਰੱਬ ਦੇ ਪਿਆਰਿਆਂ ਤੇ ਜ਼ੁਲਮ ਕਰਨ, ਜਿੱਥੇ ਰੱਬ ਆਪਣੇ ਭਗਤਾਂ ਨੂੰ ਪੈਦਾ ਕਰਦਾ ਹੈ, ਹਰੇਕ ਯੁੱਗ ਵਿੱਚ ਉਹਨੇ ਭਗਤ ਪੈਦਾ ਕੀਤੇ ਹੈ, ਉੱਥੇ ਇਹ ਵੀ ਗੱਲ ਹੈ ਕਿ ਰੱਬ ਨੇ ਆਪਣੇ ਭਗਤਾਂ ਦੀ ਰੱਖਿਆ ਵੀ ਹਰੇਕ ਯੁੱਗ 'ਚ ਕੀਤੀ ਹੈ। ਕੋਈ ਵੀ ਯੁੱਗ ਹੋਏ ਜਿੱਥੇ ਰੱਬ ਨੇ ਆਪਣੇ ਭਗਤੋਂ ਪਾਏ ਨੇ, ਉੱਥੇ ਉਹਨਾਂ ਦੀ ਪੈਜ ਵੀ ਰੱਖੀ। ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਨਿੰਦਕ ਸਨ, ਜਿਹੜੇ ਅਹੰਕਾਰੀ ਲੋਕ ਸਨ, ਉਹਨਾਂ ਨੂੰ ਪਿੱਠ ਲਵਾ ਕੇ ਉਹਨਾਂ ਦੀ ਨਾਮ ਦੇ ਵਰਗੇ ਭਗਤ ਨੂੰ ਰੱਬ ਨੇ ਆਪਣੇ ਗਲ ਦੇ ਨਾਲ ਲਾਇਆ। ਇੱਥੇ ਸਤਿਗੁਰੂ ਜੀ ਕਹਿੰਦੇ ਕਿ ਭਾਈ ਸੰਤ ਦੀ ਨਿੰਦਿਆ ਕਰਨੀ ਇਹ ਦੋਖਾਂ ਵਿੱਚੋਂ, ਦੋਸ਼ਾਂ ਵਿੱਚੋਂ ਵੱਡਾ ਦੋਸ਼ ਹੈ। ਤੇ ਅੰਤ ਵਿੱਚ ਸਤਿਗੁਰੂ ਜੀ ਕਹਿੰਦੇ ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਪਰ ਇਹ ਦਿਆਲੂ ਸੰਤ ਜਨ ਜੇ ਕਿਤੇ ਇਹਨਾਂ ਨੂੰ ਭਾ ਜਾਏ, ਇਹਨਾਂ ਨੂੰ ਚੰਗਾ ਲੱਗ ਜਾਏ, ਕਿਤੇ ਜ਼ਿੰਦਗੀ ਵਿੱਚ ਇਹ ਵੀ ਤਰਸ ਕਰ ਲੈਣ ਤੇ ਇਹਨਾਂ ਦੀ ਨਿੰਦਿਆ ਕਰਨ ਵਾਲਾ, ਇਹਨਾਂ ਦੇ ਪਾਪ ਕਮਾਉਣ ਵਾਲਾ ਮਨੁੱਖ, ਸਤਿਗੁਰੂ ਜੀ ਕਹਿੰਦੇ ਸੰਤਾਂ ਦੀ ਕਿਰਪਾ ਨਾਲ ਉਹਨਾਂ ਦੀ ਵੀ ਗਤੀ ਹੋ ਸਕਦੀ ਹੈ, ਉਹਦਾ ਵੀ ਜਨਮ ਸਵਾਰਿਆ ਜਾ ਸਕਦਾ ਹੈ। ਹੁਣ ਅੱਗੇ ਚੌਥੇ ਪਦੇ ਵਿੱਚ ਸਤਿਗੁਰੂ ਜੀ ਕਹਿੰਦੇ ਸੰਤ ਕਾ ਦੋਖੀ ਸਦਾ ਅਪਵਿੱਤ। ਪਵਿੱਤਰ ਦਾ ਆਪੋਜਿਟ ਸ਼ਬਦ ਹੈ ਅਪਵਿੱਤ। ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਸੰਤ ਜਨ ਨੇ, ਉਹਨਾਂ ਦੀ ਨਿੰਦਿਆ ਕਰਨ ਵਾਲਾ ਇਨਸਾਨ ਉਹ ਕਦੇ ਪਵਿੱਤਰ ਹਿਰਦੇ ਵਾਲਾ ਨਹੀਂ ਹੋ ਸਕਦਾ, ਉਹ ਸਦਾ ਅਪਵਿੱਤਰ ਹੀ ਰਹੇਗਾ। ਕਿਉਂਕਿ ਉਹ ਉਹਨਾਂ ਲੋਕਾਂ ਦੀ ਨਿੰਦਿਆ ਕਰ ਰਿਹਾ ਹੈ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਜ਼ਿੰਦਗੀ ਅੰਦਰ ਕਦੇ ਕਿਸੇ ਨਾਲ ਮਾੜਾ ਨਹੀਂ ਕੀਤਾ, ਕਿਸੇ ਦਾ ਦਿਲ ਨਹੀਂ ਦੁਖਾਇਆ। ਇਹੋ ਜਿਹੇ ਲੋਕਾਂ ਦੀ ਨਿੰਦਿਆ ਕਰਨ ਵਾਲਾ ਸਤਿਗੁਰੂ ਜੀ ਕਹਿੰਦੇ ਉਹ ਸਦਾ ਅਪਵਿੱਤ ਰਹਿ ਜਾਂਦਾ ਹੈ, ਭਾਵ ਕਿ ਸਦਾ ਹੀ ਮਾੜੇ ਜੀਵਨ ਵਾਲਾ, ਮਾੜੇ ਮਨ ਵਾਲਾ ਰਹਿ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ। ਤੇ ਜਿਹੜੇ ਸੰਤ ਦੇ ਦੋਖੀ ਨੇ, ਜਿਹੜੇ ਸੰਤਾਂ ਦੇ ਨਾਲ ਵੈਰ ਕਮਾਉਣ ਵਾਲੇ ਨੇ, ਇਹੋ ਜਿਹਾ ਮਨੁੱਖ ਕਦੇ ਕਿਸੇ ਦਾ ਮਿੱਤਰ ਵੀ ਨਹੀਂ ਬਣ ਸਕਦਾ, ਕਦੇ ਕਿਸੇ ਦਾ ਸੱਜਣ ਵੀ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਸੰਤ ਕੇ ਦੋਖੀ ਕੋ ਡਾਨ ਲਾਗੈ। ਡਾਨ ਦਾ ਅਰਥ ਹੁੰਦਾ ਹੈ ਡਨ ਜਾਂ ਜੁਰਮਾਨਾ, ਜਿਹਨੂੰ ਗੁਰਬਾਣੀ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਡਿਸਕ੍ਰਾਈਬ ਕੀਤਾ। ਆਪਣਾ ਉਧਰ ਇੰਨਾ ਸਮਾਂ ਨਹੀਂ ਕਿ ਆਪਾਂ ਉਹਨਾਂ ਦੀ ਵਿਚਾਰ ਕਰ ਸਕੀਏ, ਪਰ ਡਨ ਦਾ ਅਰਥ ਸੌਖਾ ਸਮਝਣਾ ਹੋਏ ਤੇ ਜੁਰਮਾਨਾ। ਸਤਿਗੁਰੂ ਜੀ ਕਹਿੰਦੇ ਕਿ ਸੰਤ ਦੇ ਦੋਖੀਆਂ ਨੂੰ ਰੱਬ ਵੱਲੋਂ ਜੁਰਮਾਨਾ ਲਾਇਆ ਜਾਂਦਾ ਹੈ, ਡਨ ਲਾਇਆ ਜਾਂਦਾ ਹੈ, ਉਹਨਾਂ ਤੋਂ ਰੱਬ ਖਿਰਾਜ ਲੈਂਦਾ ਹੈ ਜਿਹੜੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲੇ ਨੇ। ਸਤਿਗੁਰੂ ਜੀ ਕਹਿੰਦੇ ਸੰਤ ਕੇ ਦੋਖੀ ਕੋ ਸਭ ਤਿਆਗੈ। ਤੇ ਜਦੋਂ ਸੰਤ ਦੇ ਦੋਖੀਆਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਇਹਨਾਂ ਦੀ ਹਾਲਤ ਇਹ ਹੈ ਕਿ ਆਪ ਨਾ ਦੇ ਚੁਰੂ ਭਰ ਪਾਣੀ ਤੈ ਨਿੰਦੈ ਜੈ ਗੰਗਾ ਆਨੀ, ਕਿ ਆਪ ਤਾਂ ਇਹ ਚੂਲੀ ਭਰ ਪਾਣੀ ਕਿਸੇ ਨੂੰ ਦੇਣ ਜੋਗੇ ਨਹੀਂ, ਤੇ ਇਹ ਨਿੰਦਿਆ ਉਹਨਾਂ ਸੰਤ ਜਨਾਂ ਦੀ ਕਰਦੇ ਨੇ ਜਿਨ੍ਹਾਂ ਗੰਗਾ ਵਹਾ ਦਿੱਤੀ। ਤੇ ਕਹਿੰਦੇ ਜਦੋਂ ਇਹੋ ਜਿਹੀਆਂ ਗੱਲਾਂ ਲੋਕਾਂ ਦੇ ਅੱਗੇ ਪ੍ਰਗਟ ਹੁੰਦੀਆਂ ਨੇ, ਸਤਿਗੁਰੂ ਜੀ ਕਹਿੰਦੇ ਫਿਰ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਦਾ ਹਰ ਕੋਈ ਤਿਆਗ ਕਰ ਦਿੰਦਾ ਹੈ, ਕੋਈ ਉਹਨਾਂ ਨੂੰ ਆਪਣੇ ਕੋਲ ਨਹੀਂ ਬਿਠਾਉਣਾ ਚਾਹੁੰਦਾ, ਹਰ ਕੋਈ ਇਨਸਾਨ ਉਹਨਾਂ ਦਾ ਤਿਰਸਕਾਰ ਕਰਦਾ ਹੈ। ਸਤਿਗੁਰਾਂ ਨੇ ਅੱਗੇ ਕਿਰਪਾ ਕੀਤੀ ਕਿ ਸੰਤ ਕਾ ਦੋਖੀ ਮਹਾ ਅਹੰਕਾਰੀ। ਔਰ ਇਹ ਵੀ ਸੱਚਾਈ ਹੈ ਕਿ ਜਿਹੜਾ ਇਨਸਾਨ ਦੋਖੀ ਹੋਏਗਾ, ਜਿਹੜਾ ਇਨਸਾਨ ਦੋਸ਼ੀ ਹੋਏਗਾ, ਉਸ ਸਿਰੇ ਦਾ ਅਹੰਕਾਰੀ ਵੀ ਹੋਏਗਾ। ਇਹ ਅਹੰਕਾਰ ਦਾ ਰੋਗ ਵੀ ਉਹਦੇ ਅੰਦਰ ਆ ਜਾਂਦਾ ਹੈ ਜਿਹੜਾ ਇਨਸਾਨ ਦੂਜਿਆਂ ਦੀ ਨਿੰਦਿਆ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਤ ਜਨਾਂ ਦੀ ਨਿੰਦਿਆ ਕਰਦਾ ਹੈ ਉਹ ਮਹਾ ਅਹੰਕਾਰੀ ਹੈ। ਸਤਿਗੁਰਾਂ ਨੇ ਸ਼ਬਦ ਮਹਾ ਵਰਤਿਆ, ਭਾਵ ਕਿ ਉਹ ਬਹੁਤ ਵੱਡਾ ਅਹੰਕਾਰੀ ਹੈ। ਸੰਤ ਕਾ ਦੋਖੀ ਸਦਾ ਵਿਕਾਰੀ। ਇਹ ਵਿਕਾਰ ਸ਼ਬਦ ਤੋਂ ਸਤਿਗੁਰਾਂ ਨੇ ਸ਼ਬਦ ਵਰਤਿਆ। ਵਿਕਾਰ ਨਾਉਨ ਹੋ ਗਿਆ, ਵਿਕਾਰੀ ਹੋ ਗਿਆ ਉਹ ਵਿਕਾਰ ਕਮਾਉਣ ਵਾਲਾ।
ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਤ ਜਨਾਂ ਦਾ ਦੁਖੀ ਹੈ ਉਹ ਵਿਕਾਰੀ ਜੀਵਨ ਬਤੀਤ ਕਰਦਾ ਹੈ। ਉਹਦੀ ਜ਼ਿੰਦਗੀ ਦੇ ਅੰਦਰ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਹ ਸਦਾ ਹਾਵੀ ਰਹਿੰਦੇ ਨੇ। ਉਹਦੀ ਜ਼ਿੰਦਗੀ ਚੋਂ ਇਹ ਅਹੰਕਾਰ ਜਿਹੜੇ ਨੇ ਉਹ ਕਦੇ ਮੁੱਕਦੇ ਨਹੀਂ, ਇਹ ਵਿਕਾਰ ਕਦੇ ਖਤਮ ਨਹੀਂ ਹੁੰਦੇ। ਸਤਿਗੁਰਾਂ ਦੀ ਅੱਗੇ ਰਹਿਮਤ ਹੈ ਜੀ ਕਿ ਸੰਤ ਕਾ ਦੁਖੀ ਜਨਮੈ ਮਰੈ। ਜਿਹੜਾ ਸੰਤਾਂ ਦਾ ਦੁਖੀ ਹੈ ਉਹ ਸਦਾ ਜਨਮ ਔਰ ਮਰਨ ਦੇ ਵਿੱਚ ਬਣਿਆ ਰਹਿੰਦਾ ਹੈ। ਭਾਵ ਕਿ ਉਹਦਾ ਇਹ 84 ਦਾ ਗੇੜ ਜਿਹੜਾ ਹੈ ਉਹ ਸਦਾ ਤਤਪਰ ਰਹਿੰਦਾ ਹੈ, ਉਹਨੂੰ ਮੁਕਤੀ ਨਹੀਂ ਮਿਲਦੀ, ਉਹ ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਕੀ ਦੁਖਨਾ ਸੁਖ ਤੇ ਟਰੈ। ਤੇ ਸੰਤਾਂ ਦੇ ਦੁਖੀ, ਸੰਤਾਂ ਦੇ ਜਿਹੜੇ ਦੋਸ਼ੀ ਨੇ ਉਹ ਸੁੱਖਾਂ ਤੋਂ ਟਲ ਜਾਂਦੇ ਨੇ, ਭਾਵ ਕਿ ਉਹ ਸੁੱਖਾਂ ਤੋਂ ਹੀਣੇ, ਸੁੱਖਾਂ ਤੋਂ ਸਖਣੇ ਰਹਿ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕਦੇ ਕੋਈ ਸੁੱਖ ਨਹੀਂ ਆਉਂਦਾ। ਤੇ ਸਤਿਗੁਰੂ ਜੀ ਕਹਿੰਦੇ ਸੰਤ ਕੇ ਦੁਖੀ ਕੋ ਨਾ ਹੀ ਠਾਉ। ਫਿਰ ਸਤਿਗੁਰਾਂ ਨੇ ਉਹੀ ਗੱਲ ਸਮਝਾਈ ਹੈ ਕਿ ਸੰਤ ਦੇ ਜਿਹੜੇ ਦੁਖੀ ਹੋਣ ਉਹਨਾਂ ਨੂੰ ਕਦੇ ਕੋਈ ਥਾਂ ਨਹੀਂ ਪ੍ਰਾਪਤ ਹੋ ਸਕਦਾ, ਉਹ ਕਦੇ ਕਿਸੇ ਵੱਲੋਂ ਸਵਾਰੇ ਨਹੀਂ ਜਾ ਸਕਦੇ। ਹਾਂ, ਜਦੋਂ ਸੰਤ ਜਨ ਕਿਰਪਾ ਕਰਨ, ਉਹ ਆਪ ਰਹਿਮਤ ਕਰਨ ਤੇ ਤਾਂ ਹੀ ਜਾ ਕੇ ਉਹ ਆਪਣੇ ਵਿੱਚ ਮਿਲਾ ਲੈਂਦੇ ਨੇ। ਸਾਡੇ ਕੋਲ ਉਹ ਇਤਿਹਾਸਕ ਘਟਨਾ ਮੌਜੂਦ ਹੈ। ਜਦੋਂ ਆਪਾਂ ਪੜ੍ਹਦੇ ਹਾਂ ਕਿ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਉਹ ਗੁਰੂ ਘਰ ਦੇ ਵਿੱਚੋਂ ਨਾਰਾਜ਼ ਹੋ ਕੇ ਆਪਣੇ ਘਰ ਚਲੇ ਜਾਂਦੇ ਹੈ। ਤੇ ਜਦੋਂ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਭੇਜਦੇ ਲੈਣ ਵਾਸਤੇ, ਮੈਂ ਬਹੁਤ ਸੰਖੇਪ ਚਰਜ ਕਰਾਂ, ਤੇ ਉਹ ਅੱਗੇੋਂ ਕੁਝ ਕਬੋਲ ਬੋਲਦੇ ਨੇ ਗੁਰੂ ਘਰ ਬਾਰੇ। ਗੁਰੂ ਨਾਨਕ ਸਾਹਿਬ ਬਾਰੇ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਸਾਡੇ ਵਡੇਰੇ ਭਾਈ ਮਰਦਾਨਾ ਜੀ ਅਗਰ ਨਾ ਰਬਾਬ ਵਜਾਉਂਦੇ ਤੇ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ। ਉਹ ਗੁਰੂ ਅਰਜਨ ਸਾਹਿਬ ਜੀ ਜਿਹੜੇ ਹਿਵੇ ਘਰ ਨੇ, ਜਿਹੜੇ ਬਰਫ਼ ਦੇ ਘਰ ਨੇ, ਜਿਨ੍ਹਾਂ ਦਾ ਜ਼ਿੰਦਗੀ ਆਪਾਂ ਜੀਵਨ ਪੜ੍ਹ ਕੇ ਦੇਖੀਏ ਤੇ ਕਦੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੋਈ ਤਪਸ਼ ਨਾਂ ਦੀ, ਗੁੱਸੇ ਨਾਮ ਦੀ ਚੀਜ਼ ਨਹੀਂ। ਪਰ ਜਿੱਦਣ ਗੁਰੂ ਨਾਨਕ ਸਾਹਿਬ ਦੇ ਬਾਰੇ ਕਬੂਲ ਸੁਣਦੇ ਨੇ, ਉਦਣ ਉਹਨਾਂ ਦਾ ਵੀ ਜਿਹੜਾ ਪਾਰਾ ਹੈ ਉਹ ਆਪਾਂ ਕਹੀਏ ਕਿ ਥੋੜਾ ਜਿਹਾ ਉੱਪਰ ਆ ਜਾਂਦਾ ਹੈ। ਉਦਣ ਉਹ ਵੀ ਗੁੱਸੇ ਵਿੱਚ ਬੋਲਦੇ ਹੈ ਔਰ ਇਹ ਕਹਿ ਦਿੰਦੇ ਨੇ ਕਿ ਅੱਜ ਤੋਂ ਬਾਅਦ ਇਹ ਕਿਸੇ ਦੇ ਮੱਥੇ ਨਾ ਲੱਗਣ, ਕਿਉਂਕਿ ਇਹ ਗੁਰੂ ਵੱਲੋਂ ਫਟਕਾਰੇ ਗਏ ਨੇ। ਅੱਜ ਤੋਂ ਬਾਅਦ ਜਿਹਨੇ ਵੀ ਇਹਨਾਂ ਦੀ ਸਿਫਾਰਿਸ਼ ਲੈ ਕੇ ਆਉਣੀ ਹੋਵੇ ਮੇਰੇ ਕੋਲ, ਉਹ ਆਪਣਾ ਮੂੰਹ ਕਾਲਾ ਕਰਕੇ ਆਏ। ਤੇ ਲਾਹੌਰ ਦੇ ਰਹਿਣ ਵਾਲੇ ਭਾਈ ਲੱਦਾ ਜੀ, ਜਿਨ੍ਹਾਂ ਦਾ ਨਾਮ ਹੀ ਭਾਈ ਲੱਦਾ ਪਰਉਪਕਾਰੀ ਬਣ ਗਿਆ ਇਸ ਘਟਨਾ ਤੋਂ ਬਾਅਦ, ਉਹ ਫਿਰ ਆਪਣਾ ਮੂੰਹ ਕਾਲਾ ਕਰਕੇ ਇਹਨਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਆਏ ਸੀ। ਉਹ ਭਾਈ ਸੱਤਾ ਤੇ ਬਲਵੰਡ ਜੀ ਜਿਹੜੇ ਕਦੇ ਗੁਰੂ ਸਾਹਿਬ ਜੀ ਨੂੰ ਪਿੱਠ ਦੇ ਕੇ ਅਹੰਕਾਰੀ ਹੋ ਕੇ ਆਪਣੇ ਘਰ ਚਲੇ ਗਏ ਸਨ, ਸਤਿਗੁਰਾਂ ਨੇ ਜਦੋਂ ਉਹਨਾਂ ਨੂੰ ਬਖਸ਼ਿਆ ਤੇ ਭੁੱਲਾਂ ਹੀ ਨਹੀਂ ਬਖਸ਼ਾਈਆਂ, ਬਲਕਿ ਉਹਨਾਂ ਦੀ ਉਚਾਰੀ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਜੋ ਕਿ ਰਾਮਕਲੀ ਰਾਗ ਦੇ ਅੰਦਰ ਦਰਜ ਹੈ। ਤੇ ਆਪਣੀ ਬਾਣੀ ਅੰਦਰ ਗੁਰੂ ਅਰਜਨ ਸਾਹਿਬ ਜੀ ਜਿਹੜੀ ਗੱਲ ਕਹਿ ਰਹੇ ਨੇ ਕਿ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ, ਮੰਨਿਆ ਕਿ ਸੰਤਾਂ ਦੇ ਦੁਖੀਆਂ ਨੂੰ, ਸੰਤਾਂ ਨਾਲ ਵੈਰ ਕਮਾਉਣ ਵਾਲਿਆਂ ਨੂੰ ਹੋਰ ਕੋਈ ਥਾਂ ਨਹੀਂ ਦੇ ਸਕਦਾ, ਹੋਰ ਕੋਈ ਇਨਸਾਨ, ਕੋਈ ਟਿਕਾਣਾ, ਕੋਈ ਧਰਵਾਸ ਨਹੀਂ ਦੇ ਸਕਦਾ। ਪਰ ਹਾਂ, ਜੇਕਰ ਸੰਤ ਕਿਰਪਾ ਕਰੇ ਤੇ ਇਹੋ ਜਿਹੇ ਜਿਹੜੇ ਦੁਖੀ ਨੇ ਉਹਨਾਂ ਦਾ ਵੀ ਭਲਾ ਕਰ ਦਿੰਦਾ। ਗੁਰੂ ਸਾਹਿਬ ਨੇ ਉਹ ਗੱਲ ਜਿੱਥੇ ਕਹੀ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾ ਕੇ ਵੀ ਦਿਖਾਇਆ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੇ ਸ਼ਲੋਕ ਔਰ ਪਹਿਲੇ 4 ਪਦਿਆਂ ਦੀ ਵਿਚਾਰ ਸੰਪੂਰਨ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣ। ਮੈਨੂੰ ਬਹੁਤ ਖੁਸ਼ੀ ਹੈ ਕਿ IIGS ਇਸ ਸੰਸਥਾ ਦਾ ਮੈਂ ਇਸ ਉਪਰਾਲੇ ਦਾ ਹਿੱਸਾ ਬਣ ਸਕਿਆ। ਉਹ ਉਪਰਾਲਾ ਜਿਹਦੇ ਅੰਦਰ ਸੁਖਮਨੀ ਸਾਹਿਬ ਜੀ ਦੀ ਵਿਚਾਰ ਉਹ ਵੱਖ-ਵੱਖ ਜਿਹੜੇ ਵਿਦਵਾਨ ਨੇ ਉਹਨਾਂ ਪਾਸੋਂ ਕਰਾ ਰਹੇ ਨੇ। ਦਾਸ ਕੋਈ ਵਿਦਵਾਨ ਤੇ ਨਹੀਂ, ਪਰ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਭਨਾਂ ਦਾ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਆਪ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੀ। 4 ਪਦਿਆਂ ਦੀ ਵਿਚਾਰ ਰਹਿ ਗਈ ਹੈ, ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਇਸ IIGS ਸੰਸਥਾ ਨੂੰ ਹੋਰ ਤਰੱਕੀਆਂ ਬਖਸ਼ਣ, ਹੋਰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਜੋ ਇਹ ਕੌਮ ਦੀ ਸੇਵਾ, ਗੁਰੂ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹਿਣ। ਸਤਿਗੁਰੂ ਜੀ ਆਪ ਰਹਿਮਤਾਂ ਕਰਕੇ ਆਪਣੇ ਸਾਰੇ ਸੇਵਕਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਆਪਣੇ ਲੜ, ਆਪਣੀ ਸੇਵਾ ਦੇ ਲੜ ਲਾਈ ਰੱਖਣ ਜੀ। ਹੋਈਆਂ ਭੁੱਲਾਂ ਦੀ ਖਿਮਾ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ